ਸੰਸਾਰ ਭਰ ਵਿੱਚ ਵਸਦੇ ਗੁਰੂ ਦੇ ਪਿਆਰ ਵਾਲਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਲੰਬੇ ਦਿਨਾਂ ਤੋਂ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਉੱਤੇ ਬਹੁਤ ਸੰਖੇਪ ਅਤੇ ਉਸ ਬੋਲੀ ਦੇ ਵਿੱਚ ਬਾਤ ਪਾ ਰਹੇ ਹਾਂ ਜਿਹੜੇ ਸਾਨੂੰ ਅਤੇ ਸਾਡੇ ਨਿੱਕੇ ਨਿੱਕੇ ਬੱਚਿਆਂ ਨੂੰ, ਜਿਨ੍ਹਾਂ ਨੇ ਗੁਰੂ ਦੇ ਜੀਵਨ ਨੂੰ ਸਮਝ ਕੇ ਅੱਗੇ ਵਧਣਾ ਹੈ, ਉਹਨਾਂ ਦੇ ਸਮਝ ਵਿੱਚ ਪੈ ਸਕੇ। ਚੱਲ ਰਹੀ ਲੜੀ ਦੇ ਵਿੱਚ ਆਪਾਂ ਇਹ ਦੇਖਿਆ ਹੈ ਕਿ ਗੁਰੂ ਜੀ ਦਾ ਘਰ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਹੈ। ਜਦੋਂ ਕਸ਼ਮੀਰ ਦੇ ਪੰਡਤ ਸਮਾਜ ਦੇ ਆਗੂ ਕਿਰਪਾ ਰਾਮ ਦੀ ਅਗਵਾਈ ਵਿੱਚ ਆ ਕੇ ਆਪਣੀ ਅਰਜ਼ੋਈ ਧੰਨ ਗੁਰੂ ਤੇਗ ਬਹਾਦਰ ਜੀ ਦੇ ਪਾਸ ਕਰਦੇ ਨੇ, ਉਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਸਪੁੱਤਰ ਗੋਬਿੰਦ ਰਾਏ ਜੀ ਦਾ ਜੋ ਭਵਿੱਖ ਦੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ ਨਿਰਣਾ ਲੈਣਾ ਹੈ, ਉਹਨੂੰ ਵੀ ਗੁਰੂ ਪਾਤਸ਼ਾਹ ਜੀ ਲੈਂਦੇ ਹਨ। ਹੁਣ ਇਹ ਗੱਲ ਦਾ ਫੈਸਲਾ ਹੋ ਚੁੱਕਾ ਹੈ ਕਿ ਜੇ ਇਹਨਾਂ ਕਸ਼ਮੀਰ ਤੋਂ ਆਏ ਹੋਏ ਉਹਨਾਂ ਪੰਡਤਾਂ, ਬ੍ਰਾਹਮਣੀ ਭਾਈਚਾਰੇ ਦੇ ਲੋਕਾਂ ਦਾ ਈਮਾਨ, ਉਹਨਾਂ ਦੀ ਮਜ਼ਹਬੀ ਪਰੰਪਰਾ ਜੇ ਬਚ ਸਕਦੀ ਹੈ ਤੇ ਸਮੇਂ ਦੇ ਜ਼ੁਲਮ ਢਾਉਣ ਵਾਲਿਆਂ ਦੇ ਨਾਲ ਸੰਵਾਦ ਰਚਨਾ ਪਏਗਾ। ਜੋ ਕੁਝ ਵੀ ਸਮੇਂ ਦਾ ਹਾਕਮ ਸਾਹਮਣੇ ਕਰੇਗਾ ਉਸ ਨੂੰ ਸਵੀਕਾਰ ਕਰਨਾ ਪਏਗਾ। ਅਤੇ ਗੁਰੂ ਜੀ ਦਾ ਇਹ ਨਿਰਣਾ ਹੈ ਕਿ ਧਰਮ ਸਿਰ ਦਿੱਤੇ ਤੋਂ ਬਗੈਰ ਬਚਣਾ ਨਹੀਂ ਹੈ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਤੁਰਨ ਤੋਂ ਪਹਿਲਾਂ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਿਹੜੀ ਬਹੁਤ ਵੱਡੀ ਉਹਨਾਂ ਨੂੰ ਜ਼ਿੰਮੇਵਾਰੀ ਬਖਸ਼ਿਸ਼ ਹੋਈ, ਗੁਰੂ ਤਵ ਦੀ ਉਹ ਜ਼ਿੰਮੇਵਾਰੀ ਨੂੰ ਅੱਗੇ ਤੋਰਨ ਦੇ ਲਈ ਮਰਜ਼ਾਦਾ ਦਾ ਸੰਪੰਨ ਕਰਨਾ ਗੁਰੂ ਪਾਤਸ਼ਾਹ ਜੀ ਨੇ ਬਹੁਤ ਜ਼ਰੂਰੀ ਜਾਣਿਆ ਅਤੇ ਇਸ ਮਕਸਦ ਦੇ ਲਈ ਉਹਨਾਂ ਨੇ ਉਸ ਮਰਜ਼ਾਦਾ ਨੂੰ ਪੂਰੀਆਂ ਕੀਤਾ ਹੈ। ਇਤਿਹਾਸ ਦਾ ਪੰਨਾ ਪੜ੍ਹ ਕੇ ਸਾਡੇ ਅੰਦਰ ਜੋ ਖਿਆਲ ਆਏਗਾ ਉਹ ਬੜਾ ਸਾਡੇ ਹਿਰਦਿਆਂ ਨੂੰ ਖਰੀਦਣ ਵਾਲਾ, ਸਾਡੀ ਸਮਝ ਦੇ ਵਿੱਚ ਵਿਸਮਾਦ ਪੈਦਾ ਕਰਨ ਵਾਲਾ, ਸਾਡੇ ਅੰਦਰ ਗੁਰੂ ਦੀ ਸੋਚ ਵਿਚਾਰਧਾਰਾ ਨੂੰ ਸਮਝਣ ਦੀ ਇੱਕ ਲਗਨ, ਇੱਕ ਤਾਂਘ ਪੈਦਾ ਕਰਨ ਵਾਲਾ ਕਿ ਉਸ ਮੌਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਪੁੱਤਰ ਸ਼੍ਰੀ ਗੋਬਿੰਦ ਰਾਏ ਜੀ ਦੀ ਜਿਹੜੀ ਉਮਰ ਹੈ ਉਹ ਇਤਿਹਾਸ ਦੇ ਵਿੱਚ ਭਾਵੇਂ ਵੱਧ ਘੱਟ ਕਰਕੇ ਦਰਜ ਕੀਤੀ ਹੋਈ ਸਾਨੂੰ ਮਿਲਦੀ ਹੈ, ਪਰ ਬਹੁਤਾਤ ਦੇ ਵਿੱਚ 9 ਸਾਲ ਦੀ ਉਮਰ ਸਵੀਕਾਰ ਕੀਤੀ ਗਈ ਹੈ ਕਿ ਉਹਨਾਂ ਨੂੰ 9 ਸਾਲ ਦੀ ਉਮਰ ਦੇ ਅੰਦਰ ਗੁਰੂ ਘਰ ਦੀ ਉਹ ਵੱਡੀ ਜ਼ਿੰਮੇਵਾਰੀ ਜਿਹੜੀ ਉਹਨਾਂ ਨੇ ਭਵਿੱਖ ਵਿੱਚ ਨਿਭਾਉਣੀ ਹੈ, ਪਰਮੇਸ਼ਰੀ ਜੋਤ ਅਤੇ ਜੁਗਤ ਦੇ ਮਾਲਕ ਬਣ ਕੇ ਉਹਨੂੰ ਸੌਂਪਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪ ਕੀਤੀ ਹੈ ਕਿ ਸਿੱਖ ਸੰਗਤ ਦੇ ਸਾਹਮਣੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਅਸੀਂ ਦਿੱਲੀ ਜਾ ਰਹੇ ਹਾਂ
ਸਾਡਾ ਉੱਥੇ ਸਿਰ ਲੱਗਣਾ ਹੈ, ਕਿਉਂਕਿ ਜੋ ਫਰਿਆਦ ਗੁਰੂ ਨਾਨਕ ਜੀ ਦੇ ਘਰ ਵਿੱਚ ਆਈ ਹੈ, ਇਸ ਫਰਿਆਦ ਦਾ ਸਮਾਧਾਨ, ਇਹਦਾ ਹੱਲ ਕੇਵਲ ਤੇ ਕੇਵਲ ਸਿਰ ਦਿੱਤੇ ਤੋਂ ਬਗੈਰ ਨਹੀਂ ਹੋ ਸਕਦਾ। ਸੋ ਇਸ ਲਈ ਅਸੀਂ ਦਿੱਲੀ ਜਾਣ ਤੋਂ ਪਹਿਲਾਂ ਆਪਣੀ ਇਸ ਬਣਦੀ ਜ਼ਿੰਮੇਵਾਰੀ ਨੂੰ ਅੱਜ ਅਦਾ ਕਰ ਰਹੇ ਹਾਂ। ਗੁਰੂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਅੰਸ਼ ਵੰਸ਼ ਦੇ ਵਿੱਚੋਂ ਭਾਈ ਰਾਮ ਕੋਇਰ ਜੀ, ਉਹਨਾਂ ਦੇ ਰਾਹੀਂ ਗੁਰੂ ਘਰ ਦੀ ਜੋ ਮਹਾਨ ਪਰੰਪਰਾ ਹੈ, ਗੁਰਤਾ ਗੱਦੀ ਦੀ ਬਖਸ਼ਿਸ਼ ਕਰਨ ਵਾਲੀ, ਉਸ ਨੂੰ ਵਿਧੀਵਤ ਢੰਗ ਦੇ ਨਾਲ ਗੁਰਮਤਿ ਦੇ ਅਸੂਲਾਂ ਦੇ ਮੁਤਾਬਕ, ਗੁਰਮਤਿ ਦੀ ਜੁਗਤੀ ਦੇ ਮੁਤਾਬਕ ਸੱਚੇ ਪਾਤਸ਼ਾਹ ਜੀ ਨੇ ਪੂਰਾ ਕੀਤਾ ਹੈ। ਭਾਗਾਂ ਵਾਲਿਓ, ਇੱਥੇ ਸਾਡੇ ਸਾਹਮਣੇ ਵੱਡੇ ਸਵਾਲ ਖੜ੍ਹੇ ਨੇ। ਅੱਜ ਅਸੀਂ ਆਪਣੇ ਆਪ ਨੂੰ ਕਿੱਥੇ ਖੜ੍ਹੇ ਕਰਕੇ ਦੇਖਦੇ ਹਾਂ ਕਿ ਅਸੀਂ ਸਧਾਰਨ ਮਨੁੱਖ ਦੇ ਤੌਰ ਉੱਤੇ ਦੁਨੀਆਦਾਰ ਸੋਚ ਲੈ ਕੇ ਆਪਣੀ ਇਸ ਜ਼ਿੰਦਗੀ ਦੇ ਦੌਰ ਨੂੰ ਖਤਮ ਕਰਾਂਗੇ, ਜਾਂ ਅਸੀਂ ਆਪਣੇ ਅੰਦਰੋਂ ਇੱਕ ਸਿੱਖ ਲੱਭਣ ਦੇ ਲਈ ਅਸੀਂ ਆਪਣੇ ਆਪ ਨੂੰ ਯੋਗ ਬਣਾਉਣ ਦਾ ਯਤਨ ਕਰਾਂਗੇ ਕਿ ਅਸੀਂ ਸਿੱਖ ਹਾਂ, ਅਤੇ ਸਿੱਖ ਦੇ ਅੰਦਰ ਸੁਰਤ ਦੀ ਜਿਹੜੀ ਉਚਾਣ ਹੈ ਉਹ ਕਿੱਡੀ ਵੱਡੀ ਹੁੰਦੀ ਹੈ। ਜਦੋਂ ਕਦੀ ਅਸੀਂ ਦੇਖਾਂਗੇ ਉਸ ਉਚਾਣ ਨੂੰ, ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਪਵਿੱਤਰ ਗਿਆਨ ਦੇ ਬਚਨਾਂ ਵਿੱਚੋਂ ਸਾਨੂੰ ਮਿਲ ਜਾਂਦੀ ਹੈ। ਉਹ ਉਚਾਣ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੜਿਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਇੱਥੇ ਅਸੀਂ ਆਪਣੇ ਆਪ ਨੂੰ ਘੋਖਣ ਦਾ ਯਤਨ ਕਰਨਾ ਹੈ, ਕਿਉਂਕਿ ਅਸੀਂ ਇਤਿਹਾਸ ਦੇ ਪੰਨੇ ਤੋਂ ਜਿਹੜਾ ਵਰਤਾਰਾ ਦੇਖ ਰਹੇ ਹਾਂ, ਜਿਹੜਾ ਵਰਤਾਰਾ ਸੁਣ ਰਹੇ ਹਾਂ, ਜਿਹੜਾ ਵਰਤਾਰਾ ਸਮਝਣ ਦਾ ਆਪਾਂ ਨਿਮਾਣਾ ਨਿਤਾਣਾ ਜਿਹਾ ਯਤਨ ਕਰ ਰਹੇ ਹਾਂ, ਉਹ ਸਾਡੀਆਂ ਅੱਖਾਂ ਚੁੰਧਿਆ ਰਿਹਾ ਹੈ ਕਿ 9 ਸਾਲ ਦੀ ਉਮਰ ਦੇ ਅੰਦਰ ਕਿੱਡਾ ਵੱਡਾ ਮੁਕਾਮ, ਗੁਰਤਾ ਦੀ ਜ਼ਿੰਮੇਵਾਰੀ ਦਾ ਮੁਕਾਮ ਸੰਭਾਲਣ ਦੀ ਯੋਗਤਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਸਪੁੱਤਰ ਦੇ ਅੰਦਰ ਉਹਨਾਂ ਨੂੰ ਹਰ ਪੱਖ ਤੋਂ ਤਿਆਰ ਕਰਕੇ ਉਹਨਾਂ ਨੂੰ ਇਸ ਯੋਗਤਾ ਦਾ ਭਾਗੀ ਬਣਾਇਆ ਹੈ, ਅਤੇ ਯੋਗਤਾ ਨੂੰ ਪ੍ਰਵਾਨ ਚਾੜ੍ਹਨ ਦੇ ਲਈ ਉਹਨਾਂ ਨੇ ਮਰਜ਼ਾਦਾ ਦੀ ਸੰਪੂਰਨਤਾ ਕੀਤੀ। ਹੁਣ ਇਸ ਮੌਕੇ ਅਨੰਦਪੁਰ ਸਾਹਿਬ ਦਾ ਕੀ ਮਾਹੌਲ ਹੈ, ਇਹ ਵੀ ਅਸੀਂ ਨਾਲ ਦੇ ਨਾਲ ਹੀ ਜਾਣਦੇ ਹਾਂ। ਗੁਰੂ ਜੀ ਨੇ ਐਲਾਨ ਕੀਤਾ ਹੈ ਕਿ ਕਸ਼ਮੀਰ ਤੋਂ ਆਏ ਹੋਏ ਇਹਨਾਂ ਪੰਡਤਾਂ ਦਾ, ਇਹਨਾਂ ਬ੍ਰਾਹਮਣਾਂ ਦਾ ਜਿਹੜਾ ਮਤ ਹੈ, ਜਿਹੜਾ ਮਜ਼ਹਬ ਹੈ, ਜਿਹੜਾ ਈਮਾਨ ਹੈ, ਇਹਦੀ ਮਾਣ ਮਰਜ਼ਾਦਾ ਕੇਵਲ ਤੇ ਕੇਵਲ ਸਿਰ ਦੇ ਕੇ ਇਸ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਹੁਣ ਗੁਰੂ ਪਿਤਾ ਉਹਨਾਂ ਲਈ ਸਿਰ ਦੇਣਾ, ਉਹਨਾਂ ਦੇ ਆਪਣੀ ਸੋਚ ਅਤੇ ਉਸ ਪਰਮੇਸ਼ਰੀ ਲੀਨਤਾ ਦੀ ਮਹਾਨ ਅਵਸਥਾ ਵਿੱਚ ਖੜ੍ਹੇ ਹੋਣ ਦੇ ਕਾਰਨ ਇੱਕ ਬਹੁਤ ਸਹਿਜ ਦੀ ਕਿਰਿਆ, ਬਹੁਤ ਆਰਾਮ ਦੀ ਕਿਰਿਆ ਉਹਨਾਂ ਦੇ ਸਾਹਮਣੇ ਹੈ। ਪਰ ਸਾਡੇ ਵਰਗੇ ਸਮਾਜ ਦੇ ਲਈ, ਉਹਨਾਂ ਦੇ ਆਸੇ ਪਾਸੇ ਸਿੱਖ ਸੰਗਤ ਦੇ ਘੇਰੇ ਦੇ ਲਈ ਇਹ ਇੱਕ ਰੂਹਾਂ ਨੂੰ ਹਲੂਣਨ ਵਾਲੇ, ਰੂਹਾਂ ਦੇ ਅੰਦਰ ਇੱਕ ਗਹਿਰਾ ਅਹਿਸਾਸ ਕਰਨ ਵਾਲੇ, ਰੂਹਾਂ ਦੇ ਅੰਦਰ ਗੁਰੂ ਅਦਬ ਦਾ ਸਿਖਰ ਸਿਰਜਣ ਵਾਲੀ, ਰੂਹਾਂ ਦੇ ਅੰਦਰ
ਗੁਰੂ ਦੀ ਸਰਬ ਉੱਚ ਜਿਹੜੀ ਅਵਸਥਾ ਹੈ ਉਹਦਾ ਜਨਮ ਦੇਣ ਵਾਲੀ ਬਣੀ ਹੋਈ ਹੈ। ਸਾਰਿਆਂ ਅੰਦਰ ਹੈਰਾਨੀ ਵੀ ਹੋਏਗੀ ਕਿ ਗੁਰੂ ਜੀ ਸੱਚੀ ਸਾਨੂੰ ਛੱਡ ਕੇ ਜਾ ਰਹੇ ਨੇ, ਕਿ ਗੁਰੂ ਜੀ ਸੱਚੀ ਉੱਥੇ ਜਾ ਕੇ ਆਪਣਾ ਸੀਸ ਕੁਰਬਾਨ ਕਰਨਗੇ, ਕਿ ਹਾਕਮ ਇੰਨਾ ਜਰਵਾਣਾ ਹੈ, ਇੰਨਾ ਨਿਰਦਈ ਹੈ, ਇੰਨਾ ਮਰੀ ਹੋਈ ਸੋਚ ਦਾ ਮਾਲਕ ਹੈ, ਉਹ ਸਤਿਗੁਰ ਦਾ ਸਿਰ ਲੈ ਤੋਂ ਬਗੈਰ ਮੰਨੇਗਾ ਨਹੀਂ। ਪਤਾ ਨਹੀਂ ਕਿੰਨੇ ਸਵਾਲ ਉਸ ਸਮੇਂ ਸਿੱਖ ਸੰਗਤ ਦੇ ਅੰਦਰ ਗੁਰੂ ਪਿਤਾ ਦੇ ਆਲੇ ਦੁਆਲੇ ਵਸਣ ਵਾਲੇ ਸਤਸੰਗੀਆਂ ਦੇ ਅੰਦਰ ਉਹ ਸਾਰੇ ਵਿਚਾਰਾਂ ਦਾ ਪ੍ਰਵਾਹ ਚੱਲ ਰਿਹਾ ਹੋਏਗਾ। ਹਰ ਵਿਅਕਤੀ ਦੇ ਅੰਦਰ ਗੁਰੂ ਦੀ ਨੇੜਤਾ ਦਾ ਅਹਿਸਾਸ ਵੀ ਹੈ। ਹਰ ਗੁਰੂ ਦੇ ਸਿੱਖ ਦੇ ਅੰਦਰ ਗੁਰੂ ਤੋਂ ਆਪਣਾ ਆਪਾ ਵਾਰਨ ਦੀ ਜਿਹੜੀ ਮਹਾਨ ਭਾਵਨਾ ਗੁਰਮਤਿ ਦੀ ਗਿਆਨ ਵਿੱਚੋਂ ਮਿਲਦੀ ਹੈ ਉਹ ਵੀ ਹੈ। ਉਹ ਦੌਰ ਕਿਸ ਤਰ੍ਹਾਂ ਦਾ ਹੈ? ਗੁਰੂ ਜੀ ਦੀ ਸੁਪਤਨੀ, ਗੁਰੂ ਜੀ ਦਾ ਬਾਕੀ ਦਾ ਪਰਿਵਾਰ, ਇਹ ਸਾਰਾ ਕੁਝ ਕਿਹੜੇ ਉਸ ਮਹਾਨ ਬਲ ਦੇ ਨਾਲ, ਉਸ ਮਹਾਨ ਤਾਕਤ ਦੇ ਨਾਲ ਨਾ ਕੇਵਲ ਕੰਨਾਂ ਨਾਲ ਸੁਣ ਰਿਹਾ ਹੈ, ਬਲਕਿ ਆਪਣੇ ਹਿਰਦੇ ਦੇ ਅੰਦਰ ਗੁਰੂ ਜੀ ਦੇ ਨਿਰਣੇ ਨੂੰ ਲੈ ਕੇ ਬਹੁਤ ਗਹਿਰਾ ਚਿੰਤਨ ਵੀ ਕਰ ਰਿਹਾ ਹੈ। ਦੇਖ ਰਿਹਾ ਗੁਰੂ ਦੇ ਪਿਤਾ ਜੀ ਵੱਲੋਂ ਕੀਤੀਆਂ ਜਾ ਰਹੀਆਂ ਸਾਰੀਆਂ ਕਿਰਿਆਵਾਂ, ਦੇਖ ਰਹੇ ਗੁਰੂ ਪਿਤਾ ਜੀ ਨੇ ਕਿਵੇਂ ਦਿੱਲੀ ਜਾਣ ਦੇ ਲਈ ਹਾਕਮ ਨੂੰ ਇਹ ਗੱਲ ਸਮਝਾਉਣ ਦੇ ਲਈ ਕਿੰਨੇ ਗੰਭੀਰ ਨਿਰਣੇ ਲਏ ਨੇ। ਇਤਿਹਾਸ ਇਸ ਗੱਲ ਦੀ ਸਾਖੀ ਭਰਦਾ ਹੈ ਕਿ 3 ਸਿੱਖ ਗੁਰੂ ਜੀ ਨੇ ਕੇਵਲ ਆਪਣੇ ਨਾਲ ਲੈ ਕੇ ਜਾਣ ਦੇ ਲਈ ਆਪਣੇ ਸਾਥੀ ਬਣਾਏ ਨੇ। ਉਹ ਭਾਗਾਂ ਵਾਲੇ ਸਿੱਖ, ਸਾਡੇ ਸਾਹਮਣੇ ਉਹਨਾਂ ਦੇ ਨਾਮ ਸਾਡੇ ਹਿਰਦੇ ਦੇ ਅੰਦਰ ਬਹੁਤ ਅਜੀਬ ਜਿਹਾ ਸਤਿਕਾਰ ਉਹਨਾਂ ਪ੍ਰਤੀ ਭਰਦੇ ਨੇ। ਉਹ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ, ਉਹ ਭਾਈ ਸਾਹਿਬ ਭਾਈ ਸਤੀ ਦਾਸ ਜੀ ਨੇ, ਉਹ ਭਾਈ ਸਾਹਿਬ ਭਾਈ ਦਿਆਲਾ ਜੀ ਨੇ, ਜਿਹੜੇ ਗੁਰੂ ਜੀ ਨੇ ਆਪਣੇ ਨਾਲ ਉਹਨਾਂ ਨੂੰ ਹਮ ਰਾਹ ਰੱਖਣਾ ਹੈ, ਨਾਲ ਲੈ ਕੇ ਇਸ ਪੰਧ ਨੂੰ ਮੁਕਾਉਣਾ ਹੈ, ਨਾਲ ਲੈ ਕੇ ਦਿੱਲੀ ਤੱਕ ਦਾ ਸਫ਼ਰ ਤੈਅ ਕਰਨਾ ਹੈ। ਬਾਕੀ ਇਤਿਹਾਸ ਇਸ ਗੱਲ ਦੀ ਗੱਲ ਵੀ ਕਰਦਾ ਹੈ ਕਿ ਗੁਰੂ ਦੇ ਪਿਆਰੇ ਦਿੱਲੀ ਦੇ ਵਿੱਚ ਵੀ ਬਹੁਤ ਸਾਰੇ ਵਸ ਰਹੇ ਨੇ। ਬਾਬਾ ਬੁੱਢਾ ਜੀ ਦੇ ਖਾਨਦਾਨ ਵਿੱਚੋਂ ਭਾਈ ਗੁਰਦਿੱਤਾ ਜੀ ਅਤੇ ਭਾਈ ਜੈਤਾ ਜੀ ਇਹ ਵੱਖਰੇ ਤੌਰ 'ਤੇ ਗੁਰੂ ਜੀ ਦੇ ਰਾਏ ਮਸ਼ਵਰੇ ਦੇ ਅਨੁਸਾਰ ਗੁਰੂ ਜੀ ਤੋਂ ਅਲੱਗ ਹੋ ਕੇ ਦਿੱਲੀ ਤੱਕ ਦਾ ਸਫ਼ਰ ਇਹਨਾਂ ਨੇ ਤੈਅ ਕਰਨਾ ਹੈ। ਹੁਣ ਗੁਰੂ ਜੀ ਦੇ ਪਾਸ ਬਹੁਤ ਹਰ ਪ੍ਰਕਾਰ ਦਾ ਨਾ ਕੇਵਲ ਨਜ਼ਰੀਆ ਹੈ, ਬਲਕਿ ਵਰਤਣ ਵਾਲੇ ਵਰਤਾਰੇ ਤੋਂ ਲੈ ਕੇ ਹਰ ਤਰ੍ਹਾਂ ਦਾ ਅਨੁਭਵ ਵੀ ਮੇਰੇ ਸਤਿਗੁਰੂ ਜੀ ਦੇ ਪਾਸ ਹੈ। ਸੋ ਇਤਿਹਾਸ ਨੇ ਇਹ ਗੱਲ ਬਹੁਤ ਬਾਖੂਬੀ ਸਾਡੇ ਸਾਰਿਆਂ ਦੀ ਸਮਝ ਵਿੱਚ ਪਾਈ ਹੈ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕਰਨ ਤੋਂ ਬਾਅਦ ਉਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਦਿੱਲੀ ਵਾਲੇ ਪਾਸੇ ਦਾ ਸਫ਼ਰ ਆਰੰਭ ਕੀਤਾ। ਅਨੰਦਪੁਰ ਸਾਹਿਬ ਵਸਣ ਵਾਲੇ ਸਾਰੇ ਪਰਿਵਾਰ ਨੇ ਗੁਰਤਾ ਦੇ ਵਾਰਸ ਬਣ ਚੁੱਕੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਰਾਏ ਜੀ ਨੇ, ਗੁਰੂ ਜੀ ਦੇ ਮਹਿਲ, ਬਾਕੀ ਪਰਿਵਾਰ ਨੇ ਤੇ ਸਿੱਖ ਸੰਗਤ ਨੇ ਕਿਵੇਂ
ਸਜਲ ਨਿਗਾਹ ਦੇ ਨਾਲ ਗੁਰੂ ਪਾਤਸ਼ਾਹ ਜੀ ਨੂੰ ਉੱਥੋਂ ਵਿਦਾ ਕੀਤਾ। ਮਨ ਦੇ ਅੰਦਰ ਵੈਰਾਗ, ਮਨ ਦੇ ਅੰਦਰ ਗੁਰੂ ਜੀ ਦੇ ਪਿਆਰ ਦੀਆਂ ਕਾਂਗਾਂ, ਗੁਰੂ ਜੀ ਅਗਲਾ ਪੰਥ ਕਿਵੇਂ ਤੈਅ ਕਰਨਗੇ, ਇਹ ਸਾਰੇ ਵਲਵਲੇ ਉਹਨਾਂ ਵਿੱਚ ਭਰੇ ਹੋਏ ਨੇ। ਇਤਿਹਾਸ ਅਗਲੀ ਗੱਲ ਜੋ ਸਾਡੇ ਤੱਕ ਪਹੁੰਚਾਉਂਦਾ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਮੇਰੇ ਸਤਿਗੁਰੂ ਜੀ ਨੇ ਜਿਹੜਾ ਪਹਿਲਾ ਪੜਾਅ ਹੈ ਉਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਨਗਰੀ, ਜਿਹਨੂੰ ਆਪਾਂ ਸਾਰੇ ਕੀਰਤਪੁਰ ਦੇ ਨਾਮ ਨਾਲ ਯਾਦ ਕਰਦੇ ਹਾਂ। ਇਹ ਪਹਿਲਾ ਪੜਾਅ ਇਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਚਲਦਿਆਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਸ ਨਗਰੀ ਵਿੱਚ ਆ ਕੇ ਹੁੰਦਾ ਹੈ। ਇੱਥੇ ਗੁਰੂ ਜੀ ਦਾ ਪਰਿਵਾਰ, ਗੁਰੂ ਜੀ ਦਾ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਨਿਕਟ ਵਰਤੇ ਉਹ ਪਰਿਵਾਰਕ ਭਾਈਚਾਰਾ ਨਿਵਾਸ ਰੱਖਦਾ ਹੈ। ਰਾਤ ਇਹਨਾਂ ਨਾਲ ਗੁਜ਼ਾਰੀ ਹੈ। ਇੱਥੇ ਵੀ ਇਸ ਗੱਲ ਦੀ ਚਰਚਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਿੱਲੀ ਜਾਣ ਦੀ ਚਰਚਾ, ਦੇਸ਼ ਦੇ ਬਣੇ ਹਾਲਾਤਾਂ ਦੀ ਚਰਚਾ, ਇਹਨਾਂ ਹਾਲਾਤਾਂ ਵਿੱਚ ਸਮਾਜ ਨੂੰ ਬਾਹਰ ਕੱਢਣ ਦੀ ਚਰਚਾ ਅਤੇ ਕਿਸ ਤਰ੍ਹਾਂ ਦੀ ਮਾਨਸਿਕਤਾ ਚਾਹੀਦੀ ਹੈ, ਇਸ ਗੱਲ ਦੀ ਚਰਚਾ ਗੁਰੂ ਪਿਤਾ ਨੇ ਰਾਤ ਭਰ ਇੱਥੇ ਬੈਠ ਕੇ ਸਤਸੰਗੀ ਮਾਹੌਲ ਦੇ ਵਿੱਚ ਕੀਤੀ ਹੈ। ਸੋ ਭਾਗਾਂ ਵਾਲਿਓ, ਅਸੀਂ ਦੇਖਿਆ ਕਿ ਗੁਰੂ ਪਾਤਸ਼ਾਹ ਜੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਗੁਰਤਾ ਗੱਦੀ ਦੀ ਬਖਸ਼ਿਸ਼ ਕਰਨ ਤੋਂ ਬਾਅਦ ਸਿੱਖ ਸੰਗਤਾਂ ਨੂੰ ਧਰਵਾਸ ਦੇਣ ਉਪਰੰਤ ਚੱਲਦਿਆਂ ਹੋਇਆਂ ਦਿੱਲੀ ਦੇ ਸਫ਼ਰ ਨੂੰ ਤੈਅ ਕਰਨ ਦੇ ਲਈ ਪਹਿਲਾ ਪੜਾਅ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਕਰਦੇ ਨੇ। ਅਗਲੇ ਪੰਥ ਦੀ ਗੱਲ ਆਪਾਂ ਅਗਲੀ ਵਿਚਾਰ ਦੇ ਵਿੱਚ ਸਾਂਝੀ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਦੇ ਲਈ ਖਿਮਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।